ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਇਸ ਸਾਲ ਦੇ ਅਖੀਰਲੇ ਸ਼ੋਅ ਵਿੱਚ ਆਪ ਸਭ ਦਾ ਕਰਦੇ ਹਾਂ ਹਾਰਦਿਕ ਸਵਾਗਤ ਤੇ ਇਸ ਆਸ ਨਾਲ, ਇਹ ਮਨੋਕਾਮਨਾ ਨਾਲ ਕਿ ਅਗਲਾ ਸਾਲ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਚੜ੍ਹੇ। ਇਸ ਲਈ ਅੱਜ ਦਾ ਵਿਸ਼ਾ ਜਿਹੜਾ ਲੈ ਕੇ ਆ ਰਹੇ ਹਾਂ ਉਸ ਵਿੱਚ ਸਮੀਖਿਆ ਕਰਾਂਗੇ ਇਸ ਸਾਲ ਦੀ ਸਾਡੀ ਕੀ ਕੰਟਰੀਬਿਊਸ਼ਨ ਰਹੀ ਹੈ, ਇਸ ਸਾਲ ਕਿਸ ਤਰ੍ਹਾਂ ਅਸੀਂ ਹੋਰ ਬਿਹਤਰ ਬਣ ਸਕਦੇ ਹਾਂ ਤੇ ਖਾਸ ਤੌਰ ਉੱਤੇ 2015 ਦੇ ਵਿੱਚ ਜਿਹੜੇ ਅਸੀਂ ਰੈਜ਼ੋਲੂਸ਼ਨਸ ਬਣਾ ਰਹੇ ਹਾਂ ਕਿਵੇਂ ਉਸ ਦੇ ਵਿੱਚ ਆਪਣੇ ਘਰਾਂ ਤੋਂ ਸਟਾਰਟ ਹੋ ਕੇ ਸਮਾਜ ਵਿੱਚ ਅਤੇ ਦੇਸ਼ ਵਿੱਚ ਕੁਝ ਬਿਹਤਰੀ ਲਿਆ ਸਕਦੇ ਹਾਂ। इसी संबंध में मेरे नाल गलबात करेंगे आए हुए साडे मेहमान सादिया समीउल्ला जी। जी हाँ जी, वेलकम टू द प्रोग्राम। थैंक यू जी। थैंक यू जी। सो सादिया जी, 2014 तो पता ही नहीं लगा कि किवें बीत गया साल, बैदी साल जिहड़े ने बीती जा रहे हैं तो हर साल कोई ना कोई असी अपने रेजोल्यूशन जिहड़े बनाने कहने इन्होंने पूरा करना है, कई पूरे हो जाते हैं कई नहीं होंगे, बट ओवरऑल जो असी समाज में देखते हैं ये साल बड़ा वधिया रहा साडी कम्यूनिटीज़ दे विच। असी देखिया इंडो कैनेडियन, पाकिस्तानी कैनेडियन, फिजी कैनेडियन भाईचारे दे विच थोड़ा जिहा तुसीं भी बहुत विचरते हैगे हो, की कहना चाहोगे इस साल के बारे, किस तरह का रहा? हरप्रीत जी, तुसीं कहंदे हो कि पता नहीं लग्या, कुछ लोगों को पता नहीं लग्या, कुछ लोगों को लग पता गया। सो यह तो इंडिविजुअल एक्सपीरियंस की गल है, राइट। पर साल की शुरुआत दे विच मैं एक गल कहना चाहनी हाँ कि एक जिहड़ी उम्मीद हैगी है, आस हैगी है, होप हैगी है, वो सानू मोटिवेट करती है कि असी अपने फ्यूचर बारे एस्पिरेशनस रखिए, असी रेजोल्यूशनस बनाइए, असी फ्यूचर प्लान करिए अपना। तो ਉਹਦੇ 'ਚ ਜਦੋਂ ਸਾਲ ਚੜ੍ਹਦਾ ਹੈਗਾ ਤੇ ਕਈ ਵਾਰੀ ਅਸੀਂ ਇਸ ਤਰ੍ਹਾਂ ਦੇ ਗੋਲ ਸੋਚਨੇ ਆ ਜਿਹੜੇ ਕਿ ਰੀਅਲਿਸਟਿਕ ਨਹੀਂ ਹੁੰਦੇ। ਅਸੀਂ ਕਹਿੰਦੇ ਆ ਵੀ ਹੁਣ ਜਿਹੜਾ ਕੁਝ ਵੀ ਅਨਫਿਨਿਸ਼ਡ ਬਿਜ਼ਨਸ ਰਹਿ ਗਿਆ ਉਹਨੂੰ ਅਸੀਂ ਟੈਕਲ ਕਰਨਾ ਹੈਗਾ। ਸੋ ਮੈਂ ਐਨਕਰੇਜ ਕਰਨਾ ਚਾਹਾਂਗੀ ਅਸੀਂ ਸਾਰਿਆਂ ਨੂੰ ਕਿ ਅਸੀਂ ਬੈਠ ਕੇ ਸੋਚੀਏ ਕਿ ਕਿਹੜੀਆਂ ਗੱਲਾਂ ਪਿਛਲੇ ਸਾਲ ਦੇ ਵਿੱਚ ਇੰਨੀ ਵਧੀਆਂ ਨਹੀਂ ਗਈਆਂ, ਉਹਨਾਂ ਨੂੰ ਇੰਪਰੂਵ ਕਰਨ ਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਡੀ ਵਧੀਆ ਗਈਆਂ ਉਹਨਾਂ ਨੂੰ ਮੇਨਟੇਨ ਕਰਨ ਦੇ ਵਾਸਤੇ ਅਸੀਂ ਕੀ ਕਰਨਾ। ਤੇ ਫਿਰ ਅਸੀਂ ਇਹ ਸੋਚੀਏ ਕਿ ਉਹਦੇ ਵਾਸਤੇ ਅਸੀਂ ਜਿਹੜਾ ਐਕਸ਼ਨ ਪਲਾਨ ਡਿਵੈਲਪ ਕਰੀਏ ਉਹ ਰੀਅਲਿਸਟਿਕ ਹੋਵੇ, ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਅਸੀਂ ਬਿਲਕੁਲ ਸਿੰਪਲ ਜੀ ਗੱਲ ਜਿਵੇਂ ਵੇਟ ਲਾਸ ਦੀ ਕਹਿ ਲੈਂਦੇ ਹਾਂ, ਬਹੁਤ ਸਾਰੇ ਲੋਕੀ ਵੇਟ ਲਾਸ ਨਾਲ ਸਟਰਗਲ ਕਰਦੇ ਨੇ ਤੇ ਉਹਦੇ ਵਾਸਤੇ ਅਸੀਂ ਬੜਾ ਇੱਕ ਸਟ੍ਰਿਕਟ ਜਿਹਾ अपने वास्ते रेजिमेंट डिवेलप कर लैने वो इन्ना सस्टेनेबल नहीं होंदा। सो जिहड़ा भी तुसी, मैं एग्जाम्पल दित्ती हैगी है, पर जिहड़ा भी तुसी अपने वास्ते गोल करदे हो, सोचते हो, उन्होंने रियलिस्टिक रखो, ठीक है, तो उन्होंने अचीवेबल बनाओ, सेट योरसेल्फ अप फॉर सक्सैस, स्टार्ट स्मॉल बट कीप इट कंसिस्टेंट। राइट, एब्सोल्युटली, बिल्कुल ही स्मार्ट गोल्स होने चाहिए ने, स्पेसिफिक, मेजरेबल, अचीवेबल, रीचेबल एंड ऑफ कोर्स टारगेटेड होन के सानू पता होवे कि की ਅਸੀਂ ਕਰਨਾ या टाइम्ड भी होन। क्योंकि जे तुसी कहो कि जी लेट्स से वेट लॉस दी मैं एग्जांपल देनी है कि विद इन द नेक्स्ट 3 months यू lose let's say 2 pounds, which is very reasonable, it sets you up for success। ਤੇ ਨਾਲੇ ਐਵੇਂ ਕਿ ਕੰਸਿਸਟੈਂਟ ਹੋਵੇ, ਜੋ ਵੀ ਤੁਸੀਂ ਜੇ ਹਫਤੇ 'ਚ 3 ਵਾਰੀ ਐਕਸਰਸਾਈਜ਼ ਕਰਨੀ ਹੈ ਤੇ 3 ਵਾਰੀ ਕਰ ਲਓ। ਸੋ ਐਵੇਂ ਕਿ ਇਹ ਮੈਂ ਸਲਾਹ ਦੇਵਾਂਗੀ ਕਿ ਅਕਸਰ ਲੋਕੀ ਜਦੋਂ ਇੱਕ ਲੌਫਟੀ ਗੋਲ ਸੈੱਟ ਕਰਦੇ ਨੇ ਉਹ ਜਦੋਂ ਨਹੀਂ ਹੋ ਪਾਉਂਦਾ ਫਿਰ ਉਹਨਾਂ ਦੀ ਆਸ ਟੁੱਟ ਜਾਂਦੀ ਹੈ। ਸੋ ਇਫ ਯੂ ਸਟਾਰਟ ਸਮਾਲ ਐਂਡ ਯੂ ਕੀਪ ਇਟ ਸੋਲਿਡ ਐਂਡ ਰੀਅਲਿਸਟਿਕ ਤੇ ਉਹਦੇ ਵਿੱਚ ਐਵੇਂ ਕਿ ਤੁਹਾਨੂੰ ਕਾਮਯਾਬੀ ਜ਼ਿਆਦਾ ਜਿਵੇਂ ਲੱਗਦਾ ਕਿ ਸਸਟੇਨੇਬਲ ਹੈਗੀ ਹੈ। ਸੋ ਹੁਣ ਗੱਲ ਕਰੀਏ ਜੀ ਕਿ ਹਰ ਇੱਕ ਕੋਈ ਪ੍ਰੋਡਕਟਿਵ ਹੋਣਾ ਚਾਹੁੰਦਾ ਹੈ, ਨਵਾਂ ਸਾਲ ਜਦੋਂ ਆਉਣਾ ਹੈਗਾ, ਕੱਲ੍ਹ ਤੋਂ ਸ਼ੁਰੂ ਹੋ ਜਾਣਾ ਤੇ ਇਸ ਦੇ ਵਿੱਚ ਹਰ ਇੱਕ ਕੋਈ ਕਹੇਗਾ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਜਦੋਂ ਗੋਲਸ ਅਸੀਂ ਸੈੱਟ ਕਰਨੇ ਆ ਬੜਾ ਸਾਡੇ 'ਚੋਂ ਮੰਗ ਹੁੰਦੀ ਹੈ, ਪਰ ਹੌਲੀ ਹੌਲੀ ਉਹ ਘਟਦੇ ਜਾਂਦੇ ਨੇ ਕਿਉਂਕਿ ਜਦੋਂ ਅਸੀਂ ਉਹ ਸਮਾਰਟ ਨੂੰ ਫੋਲੋ ਨਹੀਂ ਕਰਦੇ ਇਸ ਤੇ ਉਸ ਦੇ ਨਾਲ ਫਿਰ ਮਨ ਟੁੱਟ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ। ਅੱਛਾ, ਹੁਣ ਪ੍ਰੋਡਕਟਿਵ ਸਿਟੀਜ਼ਨਸ ਬਣਨ ਵਾਸਤੇ ਅਸੀਂ ਘਰਾਂ ਤੋਂ ਹੀ ਸ਼ੁਰੂ ਕਰੀਏ ਕਿਉਂਕਿ ਅਲਟੀਮੇਟਲੀ ਘਰ ਜਿਹੜਾ ਫਾਊਂਡੇਸ਼ਨ ਹੈ ਸਾਡੇ ਸਮਾਜ ਦੀ। ਤਾਂ ਜੇਕਰ ਅਸੀਂ ਉੱਥੋਂ ਸ਼ੁਰੂ ਕਰੀਏ ਅੱਜ, ਲੇਕਿਨ ਅਸੀਂ ਦੇਖ ਰਹੇ ਹਾਂ ਕਿ ਯੰਗਸਟਰਸ ਦੇਖ ਲਈਏ, ਮਿਡ ਏਜ ਦੇਖ ਲਈਏ, ਐਲਡਰਸ ਦੇਖ ਲਈਏ, ਇੱਕ ਕ੍ਰਾਈਸਿਸ ਜਿਹੜਾ ਹੈਗਾ ਉਹ ਆਪਣੀ ਕਮਿਊਨਿਟੀਜ਼ ਨਜ਼ਰ ਆ ਰਿਹਾ ਹੈਗਾ, ਐਂਡ ਨਾਟ ਓਨਲੀ ਆਰ ਕਮਿਊਨਿਟੀ, ਐਵਰੀ ਕਮਿਊਨਿਟੀ ਵਰਚੁਅਲੀ। ਸੋ ਅੱਜ ਸਾਨੂੰ ਥੋੜ੍ਹੀ ਇਸ ਸਫ਼ਰ ਵਿੱਚ ਲੈ ਕੇ ਚੱਲੋ ਤਾਂ ਦੱਸੋ ਕਿ ਕਿਵੇਂ ਅਸੀਂ ਵੀ ਪ੍ਰੋਡਕਟਿਵ ਸਿਟੀਜ਼ਨਸ ਬਣ ਸਕਦੇ ਹਾਂ ਅਤੇ ਆਪਣਾ ਇੱਕ ਚੰਗਾ ਯੋਗਦਾਨ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕਿ ਦੇਖੋ ਇੱਕ ਦਿਨ ਦੇ ਵਿੱਚ ਜਿੰਨਾ ਟਾਈਮ ਹੈਗਾ ਉਹ ਸਾਰਿਆਂ ਦੇ ਵਾਸਤੇ ਸਾਂਝਾ ਹੈ। 24 ਘੰਟੇ ਤੁਹਾਡੇ ਕੋਲ ਵੀ ਨੇ, ਮੇਰੇ ਕੋਲ ਵੀ ਨੇ। ਹੁਣ ਉਹਦਾ ਸਾਡੀ ਸਮਾਰਟਨੈਸ ਇਹ ਹੈਗੀ ਕਿ ਉਹਨੂੰ ਅਸੀਂ ਪ੍ਰੋਡਕਟਿਵਲੀ ਕਿਵੇਂ ਯੂਜ਼ ਕਰਨਾ ਹੈ। ਤੇ ਇੱਕ ਤਾਂ ਐਵੇਂ ਕਿ ਮੈਂ ਜ਼ਰੂਰ ਤੁਹਾਨੂੰ ਇਨਕਰੇਜ ਕਰਾਂਗੀ ਕਿ ਟਾਈਮ ਮੈਨੇਜਮੈਂਟ ਬਾਰੇ ਗੌਰ ਕਰੋ ਕਿ ਬਹੁਤ ਸਾਰੀ ਸਾਡੀ ਲਾਈਫ ਦੇ ਵਿੱਚ ਜਿਹੜੀ ਸਮੱਸਿਆਵਾਂ ਆਉਂਦੀਆਂ ਨੇ ਉਹ ਟਾਈਮ ਨੂੰ ਪ੍ਰੋਪਰਲੀ ਮੈਨੇਜ ਨਾ ਕਰਨ ਦੀ ਵਜ੍ਹਾ ਤੋਂ ਆਉਂਦੀਆਂ ਨੇ। ਤੇ ਬਹੁਤ ਸਾਰੀ ਕੰਪਲਿਕੇਟਡ ਜਿਹੜੀ ਸਿਚੁਏਸ਼ਨਸ ਨੇ ਉਹਨਾਂ ਦੇ ਹੱਲ ਬੜੇ ਸਿੰਪਲ ਹੁੰਦੇ ਨੇ। ਤੇ ਆਪਣੀ ਲਾਈਫ ਦੀ ਰੂਟੀਨ ਸੈੱਟ ਕਰੋ। ਰੂਟੀਨ ਸੈੱਟ ਕਰਨ ਦੇ ਵਿੱਚ ਤੁਸੀਂ ਇਹ ਵੇਖੋ ਕਿ ਤੁਹਾਡੀ ਪ੍ਰਾਇਓਰਿਟੀਜ਼ ਕੀ ਨੇ।
ਜਿਹੜੀਆਂ ਚੀਜ਼ਾਂ ਟੌਪ ਤੁਹਾਡੀ ਪ੍ਰਾਇੋਰਟੀਜ਼ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਟਾਈਮ ਦਿਓ। ਜੀ। ਜਿਹੜੀਆਂ ਚੀਜ਼ਾਂ ਤੁਸੀਂ ਪੁੱਟ ਆਫ ਕਰ ਸਕਦੇ ਹੋ, ਜੇ ਮੰਨ ਲਓ ਕਿ ਇੱਕ ਹਫਤੇ ਠਹਿਰ ਕੇ ਹੋ ਸਕਦੀਆਂ ਨੇ, ਉਹਨਾਂ ਨੂੰ ਉਹਦੇ ਹਿਸਾਬ ਦੇ ਨਾਲ ਸੈੱਟ ਕਰੋ। ਉਸ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਸੈਲਫ ਕੇਅਰ ਦੇ ਵਿੱਚ ਤੁਸੀਂ ਕਿੰਨਾ ਟਾਈਮ ਦੇਣਾ ਹੈਗਾ। ਜਦੋਂ ਤੱਕ ਕਰਕੇ ਤੁਹਾਡੀ ਆਪਣੀ એનર્ਜੀ ਬਣੀ ਰਹਿੰਦੀ ਹੈ, ਉਦੋਂ ਤੱਕ ਤੁਸੀਂ ਹੋਰ ਵੀ ਕੁਝ ਕਰਨ ਦੇ ਕਾਬਿਲ ਰਹਿੰਦੇ ਜੇ। ਪਰ ਟਿਪਿਕਲੀ ਜੇ ਅਸੀਂ ਸੋਚੀਏ ਕਿ ਮੇਰੇ ਕੋਲ ਜਿਹੜੀ ਆਪ ਦੀ એનર્ਜੀ ਉਹ ਡਿਪਲੀਟ ਹੋਈ ਹੈ ਤੇ ਮੈਂ ਹੋਰ ਕੀ ਕੰਮ ਕਰ ਸਕਨੀ ਆ। ਸੋ ਟਿਪਿਕਲੀ ਵਾਟ ਵੀ ਡੂ ਇਜ਼ ਦੈਟ ਵੀ ਸਪਰੈਡ ਆਰਸੈਲਵਸ ਟੂ ਥਿਨ, ਤੇ ਫਿਰ ਅਸੀਂ ਹਰ ਵੇਲੇ ਐਗਜ਼ੌਸਟ ਰਹਿੰਦੇ ਆ, ਥੱਕੇ ਰਹਿੰਦੇ ਆ, ਸਾਡੇ 'ਚ ਇੰਨੀ ਪ੍ਰੋਡਕਟਿਵ ਕੰਮ ਕਰਨ ਦੀ એનર્ਜੀ ਨਹੀਂ ਰਹਿੰਦੀ ਹੈਗੀ। ਸੋ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਮੀਨਿੰਗ ਲੂਜ਼ ਕਰ ਲੈਂਦੇ ਆ, ਸਾਨੂੰ ਇਹ ਲੱਗਦਾ ਹੈਗਾ ਕਿ ਸਾਡੇ ਵਾਸਤੇ ਹਰ ਕੁਝ ਬੋਝ ਬਣ ਗਿਆ, ਤੇ ਫਿਰ ਉਹ ਸਾਡੀ ਪ੍ਰੋਡਕਟਿਵਿਟੀ ਨੂੰ ਇਫੈਕਟ ਕਰਦਾ, ਭਾਵੇਂ ਉਹ ਕਿਸੇ ਰਿਸ਼ਤੇ 'ਚ ਵੀ ਹੋਵੇ। ਤੇ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਇੱਕ ਸੁਸਾਇਟੀ ਦੀ, ਸਮਾਜ ਦੀ, ਜਦੋਂ ਤੱਕ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਫੈਮਿਲੀ ਯੂਨਿਟ ਹੈ, ਦੈਟ ਇਜ਼ ਅ ਸਿੰਗਲ ਯੂਨਿਟ ਆਫ, ਠੀਕ ਹੈ ਜੀ, ਸੁਸਾਇਟੀ ਦਾ, ਜਦੋਂ ਤੱਕ ਕਰਕੇ ਤੁਸੀਂ ਉਹਦੇ ਵਿੱਚ ਪ੍ਰੋਡਕਟਿਵ ਨਹੀਂ ਹੈਗੇ, ਤੁਸੀਂ ਸਮਾਜ ਦੇ ਵਿੱਚ ਪ੍ਰੋਡਕਟਿਵ ਨਹੀਂ ਹੈਗੇ। ਸੋ ਸੈਲਫ ਅਵੇਅਰਨੈਸ ਇਜ਼ ਦ ਕੀ। ਤੁਸੀਂ ਇਹ ਵੇਖੋ ਕਿ ਤੁਹਾਡੀ ਬਾਉਂਡਰੀਜ਼ ਕੀ ਨੇ, ਸਟਰੋਂਗ ਬਾਉਂਡਰੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਇਹ ਦੇਖੋ ਕਿ ਤੁਹਾਡੀ ਕੈਪੈਸਿਟੀ ਕੀ ਹੈ, ਉਹ ਕੈਪੈਸਿਟੀ ਨੂੰ ਕਾਇਮ ਕਰੋ, ਆਪਣੇ ਆਪ ਨੂੰ ਟਾਈਮ ਦਿਓ। ਇਹ ਦੇਖੋ ਕਿ ਤੁਸੀਂ ਕਿਹੜੀਆਂ ਗੱਲਾਂ ਦੇ ਨਾਲ ਆਪਣੀ એનર્ਜੀ ਨੂੰ ਰਿਪਲੇਨਿਸ਼ ਕਰ ਸਕਦੇ ਜੇ। ਉਸ ਤੋਂ ਬਾਅਦ ਫਿਰ ਆਈਡੈਂਟੀਫਾਈ ਕਰੋ ਕਿ ਤੁਹਾਡੀ ਰਿਸਪੌਂਸਿਬਿਲਿਟੀਜ਼ ਕੀ ਨੇ। ਜਿਵੇਂ ਮੈਂ ਅੱਗੇ ਗੱਲ ਕੀਤੀ ਕਿ ਪ੍ਰਾਇੋਰਟੀ ਸੈੱਟ ਕਰਕੇ ਦੇਖੋ ਕਿ ਤੁਹਾਡੇ ਗੋਲਸ ਜਿਹੜੇ ਨੇ ਉਹਦੇ ਹਿਸਾਬ ਦੇ ਨਾਲ ਕਿਵੇਂ ਪੂਰੇ ਹੋਣੇ ਨੇ। ਫਿਰ ਐਵੇਂ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਤੁਹਾਡੇ ਕੋਲ ਟਾਈਮ ਬਚਦਾ ਹੈਗਾ, ਤੁਸੀਂ ਐਜ਼ ਪ੍ਰੋਡਕਟਿਵ ਸਿਟੀਜ਼ਨਸ ਕੀ ਕੰਟਰੀਬਿਊਸ਼ਨ ਕਰ ਸਕਦੇ ਹੋ। ਠੀਕ ਹੈ। ਸੋ ਸ਼ੁਰੂਆਤ ਕਰੀਏ ਜੀ, ਜਿਸ ਤਰ੍ਹਾਂ ਜਨਰਲ ਟਰਮਸ ਤੁਸੀਂ ਕੀਤੀ, ਚਾਹਾਂਗੇ ਕਿ ਬੱਚਿਆਂ ਤੋਂ ਅਸੀਂ ਅੱਜ ਸ਼ੁਰੂ ਕਰੀਏ, ਥੋੜ੍ਹਾ ਜਿਹਾ ਬੱਚਿਆਂ ਨੂੰ, ਐਲਡਰਸ ਨੂੰ ਵੀ ਗੱਲਬਾਤ ਕਰ ਲਈਏ ਕਿ ਬੱਚਿਆਂ ਦੇ ਸੰਬੰਧ ਵਿੱਚ ਤੁਸੀਂ ਇਹ ਨਵਾਂ ਸਾਲ ਜਿਹੜਾ ਚੜ੍ਹਿਆ, ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ, ਕਿਵੇਂ? ਜਿਸ ਤਰ੍ਹਾਂ ਟਾਈਮ ਮੈਨੇਜਮੈਂਟ ਬਹੁਤ ਵਧੀਆ ਗੱਲ ਹੈ, ਆਪਣੀ ਬਾਉਂਡਰੀ ਸੈਟਅਪ ਇਹ ਮਾਂ ਪਿਓ ਨੇ ਸੈੱਟ ਕਰਨੀ ਹੈ ਬਾਉਂਡਰੀਜ਼। ਆਮ ਤੌਰ ਤੇ ਹੁੰਦਾ ਕਿ ਘਰਾਂ ਦੇ ਵਿੱਚ ਕਿ ਹਰ ਇੱਕ ਚੀਜ਼ ਫॉर ਗ੍ਰਾਂਟਡ ਜਿਹੜਾ ਕਈ ਵਾਰੀ ਲਈ ਜਾਂਦੀ ਹੈਗੀ, ਜਿਸ ਕਾਰਨ ਫਿਰ ਬਾਅਦ ਵਿੱਚ ਪੇਰੈਂਟਸ ਜਿਹੜੇ ਨੇ ਉਹ ਰਿਪੈਂਟ ਵੀ ਕਰਦੇ ਹੈਗੇ ਨੇ। ਸੋ ਬਾਉਂਡਰੀ ਸੈੱਟ ਕਰਨੀ ਬਹੁਤ ਜ਼ਰੂਰੀ ਹੈ, ਲੇਕਿਨ ਬੱਚਿਆਂ ਨਾਲ ਜਦੋਂ ਬਾਉਂਡਰੀ ਸੈੱਟ ਕਰਨੀ ਨਾ, ਉਹਦੇ ਵਾਸਤੇ ਪੇਰੈਂਟਸ ਨੂੰ ਆਪ ਅੱਗੇ ਆ ਕੇ ਇੱਕ ਸਟੈਂਡ ਲੈਣਾ ਪਏਗਾ। ਲੇਕਿਨ ਜੇਕਰ ਪੇਰੈਂਟਸ ਹੀ ਇੰਨੇ ਬਿਜ਼ੀ ਨੇ, ਮਸਰੂਫ ਨੇ ਟੀਵੀ ਦੇ ਵਿੱਚ, ਡਰਾਮਿਆਂ ਦੇ ਵਿੱਚ, ਜਿਹੜੇ ਕਿ ਅੱਜ ਕੱਲ੍ਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਬਣੇ ਪਏ ਨੇ। ਇਹ ਅਸੀਂ ਇੰਡੀਆ 'ਚ ਦੇਖਦੇ ਸੀ ਜੀ ਕਿ ਉੱਥੇ ਬਹੁਤ ਜ਼ਿਆਦਾ ਲੋਕ ਜੁੜੇ ਪਏ ਨੇ, ਪਰ ਹੁਣ ਇੱਥੇ ਵੀ ਮੈਨੂੰ ਇਹੀ ਵੇਖਣ ਨੂੰ ਮਿਲ ਰਿਹਾ ਹੈਗਾ। ਸੋ ਉਹਦੇ ਬਾਰੇ ਥੋੜ੍ਹਾ ਦੱਸੋ ਕਿ ਪੇਰੈਂਟਸ ਅਤੇ ਬੱਚਿਆਂ ਕਿਵੇਂ ਇਹ ਸ਼ੁਰੂਆਤ ਕਰਨ ਤੇ ਕਿੱਥੇ ਉਹ ਲਿਮਿਟ ਸੈੱਟ ਕੀਤੀ ਜਾਵੇ। ਮੈਂ ਥੋੜ੍ਹਾ ਜਿਹਾ ਬੈਕ ਟਰੈਕ ਕਰਾਂਗੀ ਜੀ ਬਾਉਂਡਰੀਜ਼ ਦੇ ਬਾਰੇ। ਤੇ ਮੈਂ ਅੱਗੇ ਵੀ ਗੱਲਬਾਤ ਅਸੀਂ ਕੀਤੀ ਹੋਈ ਹੈ ਕਿ ਜਿਹੜਾ ਸਾਡਾ ਪੇਰੈਂਟਿੰਗ ਸਟਾਈਲ ਹੈ, ਜਿਹੜੀ ਮੇਰੀ ਜਨਰੇਸ਼ਨ ਦਾ ਪੇਰੈਂਟਿੰਗ ਸਟਾਈਲ ਹੈ, ਅਸੀਂ ਮੋਸਟਲੀ ਜਿਹੜਾ ਸਟਾਈਲ ਦੇਖਿਆ ਵੇ ਉਹ ਅਥੋਰੀਟੇਟਿਵ ਸੀ। ਉਹਦੇ 'ਚ ਡਿਸਿਪਲਿਨ ਜਿਹੜਾ ਸੀ ਉਹ ਕਈ ਵਾਰੀ ਫਿਜ਼ੀਕਲ ਪਨਿਸ਼ਮੈਂਟਸ ਵੀ ਹੁੰਦੀਆਂ ਸੀ, ਤੇ ਉਹ ਐਕਸੈਪਟਡ ਸੀਗੀਆਂ ਸਾਡੇ ਕਲਚਰ ਦੇ ਵਿੱਚ ਜਿੱਥੋਂ ਅਸੀਂ ਆਏ ਹੈਗੇ ਹਾਂ, ਤੇ ਉਹ ਇੱਕ ਨੋਰਮੇਟਿਵ ਜੀ ਚੀਜ਼ ਸੀ, ਉਹਦੇ ਵਿੱਚ ਕੋਈ ਨਵੇਕਲੀ ਗੱਲ ਨਹੀਂ ਸੀ ਹੈਗੀ। ਕਈ ਵਾਰੀ ਜਿਵੇਂ ਹਾਸਾ ਜਿਹਾ ਪੈਂਦਾ ਤੇ ਮੈਂ ਕਹਿੰਦੀ ਹਾਂ ਕਿ ਜੇ ਸਾਡੇ ਪੇਰੈਂਟਸ ਸਾਨੂੰ ਇਸ ਸੁਸਾਇਟੀ ਦੇ ਵਿੱਚ ਰੇਜ਼ ਕਰਦੇ ਤਾਂ ਸਾਨੂੰ ਤੇ MCFD ਨੇ ਕਦੀ ਤਾਂ ਚੁੱਕ ਲੈਣਾ ਸੀ, ਰਾਈਟ। ਸੋ ਐਵੇਂ ਕਿ ਇੱਕ ਤਾਂ ਪੇਰੈਂਟਸ ਨੂੰ ਮੈਂ ਸੁਜੈਸਟ ਕਰਾਂਗੀ ਕਿ ਇਹ ਦੇਖੋ ਕਿ ਜਿਹੜਾ ਪੇਰੈਂਟਿੰਗ ਸਟਾਈਲ ਤੁਹਾਨੂੰ ਮਿਲਿਆ, ਉਹ ਸੇਮ ਅਥੋਰੀਟੇਰੀਅਨ ਪੇਰੈਂਟਿੰਗ ਸਟਾਈਲ ਤੁਸੀਂ ਇੱਥੇ, ਅਥੋਰੀਟੇਟਿਵ ਪੇਰੈਂਟਿੰਗ ਸਟਾਈਲ ਇੱਥੇ ਬੱਚਿਆਂ ਨੂੰ ਨਹੀਂ ਦੇ ਸਕਦੇ। ਕਿਉਂਕਿ ਜੇ ਤੁਸੀਂ ਸਿਰਫ ਡਿਸਿਪਲਿਨ ਦੀ ਗੱਲ ਨਹੀਂ ਹੈਗੀ, ਸਖਤੀ ਦੇ ਨਾਲ ਗੱਲਬਾਤ ਕਰਨ ਦੀ ਗੱਲ ਨਹੀਂ ਹੈਗੀ, ਕੁਝ ਤਰੀਕੇ ਜਿਹੜੇ ਕਿ ਸਾਡੀ ਜਨਰੇਸ਼ਨ ਤੇ ਸਾਡੇ ਪੇਰੈਂਟਸ ਨੇ ਜਿਵੇਂ ਕੀਤੇ, ਵੀ ਆਰ ਗੁੱਡ ਪ੍ਰੋਡਕਟ, ਰਾਈਟ, ਉਹ ਕੰਮ ਕੀਤੇ, ਪਰ ਜ਼ਮਾਨੇ ਚੇਂਜ ਹੋ ਗਏ, ਜਨਰੇਸ਼ਨਸ ਚੇਂਜ ਹੋ ਗਈਆਂ। ਕੁਝ ਆਪਣੇ ਆਪ ਦੇ ਵਿੱਚ ਵੀ ਲਚਕ ਲੈ ਕੇ ਆਓ, ਕੁਝ ਨਵੇਂ ਤਰੀਕੇ ਸਿੱਖੋ ਕਮਿਊਨੀਕੇਟ ਕਰਨ ਦੇ, ਜਿਹੜੀ ਕਿ ਨਈ ਜਨਰੇਸ਼ਨ ਹੈ ਉਹਨਾਂ ਦੀ ਨੀਡਸ ਸਾਡੀ ਜਨਰੇਸ਼ਨ ਤੋਂ ਡਿਫਰੈਂਟ ਹੈ। ਠੀਕ ਹੈ। ਸੋ ਐਵੇਂ ਕਿ ਇਹ ਗੱਲ ਮੈਂ ਜ਼ਰੂਰ ਜਿਵੇਂ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ ਕਿ ਨਵੀਂ ਜਨਰੇਸ਼ਨ ਬੜੀ ਸਮਾਰਟ ਹੈ, ਬੜੇ ਇੰਟੈਲੀਜੈਂਟ ਬੱਚੇ ਨੇ, ਉਹਨਾਂ ਨੂੰ ਡਿਫਰੈਂਟ ਪੇਰੈਂਟਿੰਗ ਦੀ ਲੋੜ ਹੈ। ਰਾਈਟ। ਸੋ ਕਿਸ ਤਰ੍ਹਾਂ ਦੀ ਪੇਰੈਂਟਿੰਗ ਜਿਹਦੇ ਨਾਲ ਕਿ ਤੁਸੀਂ ਕਿਹਾ ਅਥੋਰੀਟੇਟਿਵ ਨਾ ਹੋਵੇ, ਤਾਂ ਇੱਕ ਸਾਂਝ ਕਮਿਊਨੀਕੇਸ਼ਨ ਕਿਵੇਂ ਬੈਟਰ ਹੋ ਸਕਦੀ ਹੈ, ਇਸ ਬਾਰੇ ਗੱਲ ਕਰਾਂਗੇ ਜੀ ਛੋਟੀ ਜੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 186679088984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ।
ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੇਰਾ ਸਾਥ ਦੇ ਰਹੇ ਨੇ ਸਾਦੀਆ ਸਮੀਉਲਾ ਜੀ, ਤੇ ਗੱਲਬਾਤ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਨਵਾਂ ਸਾਲ ਆ ਰਿਹਾ ਹੈ ਉਸ ਹਿਸਾਬ ਨਾਲ ਕਿਵੇਂ ਅਸੀਂ ਵੀ ਆਪਣੀ ਪ੍ਰੋਡਕਟਿਵਿਟੀ ਜੋ ਹੈ ਇਸ ਨੂੰ ਬਿਹਤਰ ਕਰਨਾ ਹੈ। ਇਸ ਸੰਬੰਧ ਵਿੱਚ ਬ੍ਰੇਕ ਤੋਂ ਪਹਿਲਾਂ ਜੋ ਅਸੀਂ ਗੱਲਬਾਤ ਕੀਤੀ ਕਿ ਘਰਾਂ ਵਿੱਚ ਇੱਕ ਐਸਾ ਮਾਹੌਲ ਜੋ ਹੈ ਕ੍ਰੀਏਟ ਕੀਤਾ ਜਾਏ ਜਿਸ ਵਿੱਚ ਕਿ ਬੱਚਿਆਂ ਅਤੇ ਮਾਪਿਆਂ ਦੇ ਵਿਚਕਾਰ ਬਿਹਤਰ ਤਾਲਮੇਲ ਹੋਏ ਅਤੇ ਬਿਹਤਰ ਸੰਬੰਧ ਬਣ ਸਕਣ। ਇਸੇ ਸੰਬੰਧ ਵਿੱਚ ਆਓ ਹੋਰ ਗੱਲਬਾਤ ਕਰਦੇ ਹਾਂ ਜੀ। ਸਾਦੀ ਜੀ, ਸੋ ਹੋਰ ਕੀ ਕੀਤਾ ਜਾ ਸਕਦਾ ਕਮਿਊਨੀਕੇਸ਼ਨ ਸਟਰੋਂਗ ਕਰਨ ਵਾਸਤੇ? ਹਰ ਇੱਕ ਮਾਪੇ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਿਆਂ ਨਾਲ ਚੰਗਾ ਤਾਲਮੇਲ ਹੋਏ, ਪਰ ਇਨਵਾਇਰਨਮੈਂਟ ਇੱਕ ਐਸਾ ਬਣਿਆ ਪਿਆ ਭੱਜ ਦੌੜ, ਸੋਸ਼ਲ ਲਾਈਫ, ਆਪਣੇ ਕੰਮਕਾਜ, ਉਸ ਤੋਂ ਬਾਅਦ ਬੱਚਿਆਂ ਨੂੰ ਵੀ ਅਸੀਂ ਜਿੰਨਾ ਕੁ ਟਾਈਮ ਦੇ ਸਕਨੇ ਹਾਂ ਦੇ ਦਿੰਦੇ ਹਾਂ। ਕੀ ਉਹ ਇਨਫ ਹੈਗਾ ਜਾਂ ਕਿਵੇਂ ਉਹ ਡਿਵੈਲਪ ਕੀਤਾ ਜਾ ਸਕੇ ਜਿਹੜਾ ਕਮਿਊਨੀਕੇਸ਼ਨ ਤੁਸੀਂ ਕਹਿ ਰਹੇ ਹੋ ਕਿ ਇੱਕ ਦੂਸਰੇ ਉੱਤੇ ਵਿਸ਼ਵਾਸ ਬਣ ਸਕੇ, ਇੱਕ ਦੂਸਰੇ ਨਾਲ ਸਾਂਝ ਪਾਈ ਜਾ ਸਕੇ? ਇਸ ਗੱਲ ਦੀ ਸ਼ੁਰੂਆਤ ਮੈਂ ਇਸ ਤਰ੍ਹਾਂ ਜਵਾਬ ਦੀ ਕਰਨਾ ਚਾਹਾਂਗੀ ਕਿ ਹਰ ਇੱਕ ਦੇ ਹਾਲਾਤ ਡਿਫਰੈਂਟ ਨੇ। ਕੁਝ ਲੋਕੀ ਫੁੱਲ ਟਾਈਮ ਜੌਬ ਕਰਦੇ ਨੇ, ਜਦੋਂ ਬੱਚੇ ਬਹੁਤ ਛੋਟੇ ਵੀ ਹੁੰਦੇ ਨੇ ਉਹਨਾਂ ਨੂੰ ਕੰਮ ਤੇ ਜਾਣਾ ਪੈਂਦਾ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਉਹ ਮਾਡਲ ਰੱਖਦੇ ਹੋਇਆਂ ਵੀ ਬੱਚਿਆਂ ਨੂੰ ਟਾਈਮ ਦਿੱਤਾ ਜਾ ਸਕਦਾ ਹੈ ਤੇ ਕੁਆਲਿਟੀ ਟਾਈਮ ਦਿੱਤਾ ਜਾ ਸਕਦਾ ਹੈ। ਗੱਲ ਸੋਚਣ ਦੀ ਇਹ ਹੈਗੀ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਰੇਜ਼ ਕਰਨਾ ਤੇ ਉਹਨਾਂ ਦੀ ਜਿਹੜੀ ਅਸੀਂ ਕਹਿੰਦੇ ਹਾਂ ਨਾ ਕਿ ਬੁਨਿਆਦ ਚੰਗੀ ਪੈ ਜਾਏ, ਉਹਨਾਂ ਦੀ ਜਿਹੜੀ ਤੁਸੀਂ ਸ਼ੁਰੂਆਤ ਕਰਨੀ ਹੈ ਤਰਬੀਅਤ ਦੀ, ਉਹਨਾਂ ਨੂੰ ਡਿਸਪਲਿਨ ਦੇਣ ਦੀ, ਸੈਲਫ ਰਿਸਪੈਕਟ ਦੇਣ ਦੀ, ਗੁੱਡ ਮੋਰਲ ਕੈਰੈਕਟਰ ਦੇਣ ਦੀ, ਉਹ ਕਿਵੇਂ ਕਰਨੀ ਹੈਗੀ ਹੈ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਵੇਖੋ ਕਿ ਜਿਹੜੀ ਤੁਹਾਡੀ ਵੈਲਿਊਜ਼ ਨੇ ਉਹ ਤੁਸੀਂ ਬੱਚਿਆਂ ਨੂੰ ਕਿਵੇਂ ਸਿਖਾਉਂਦੇ ਹੋ? ਰੋਲ ਮਾਡਲਿੰਗ ਕਰਕੇ। ਤੁਸੀਂ ਬੱਚਿਆਂ ਨੂੰ ਲੈਕਚਰ ਨਹੀਂ ਕਰ ਸਕਦੇ ਹੈਗੇ, ਤੁਸੀਂ ਉਹਨਾਂ ਨੂੰ ਐਕਟ ਕਰਦੇ ਹੋ ਆਪਣੀ ਵੈਲਿਊਜ਼ ਨੂੰ, ਤੇ ਉਹ ਬੱਚਿਆਂ ਨੇ ਜਦੋਂ ਤੁਹਾਨੂੰ ਦੇਖਣਾ ਹੈਗਾ ਤੇ ਉਹਨਾਂ ਨੇ ਆਪੇ ਆਪ ਲਰਨ ਕਰਨਾ ਹੈ ਕਿ ਜਿਹੜੀ ਤੁਹਾਡੀ ਜੋ ਤੁਸੀਂ ਕਰਕੇ ਵਿਖਾਣਾ ਹੈਗਾ, ਵੈਨ ਯੂ ਐਕਚੁਅਲੀ ਵਾਕ ਦ ਟਾਕ, ਤੇ ਉਹਨਾਂ ਨੇ ਆਟੋਮੈਟਿਕਲੀ ਉਹ ਵੈਲਿਊਜ਼ ਜਿਹੜੀਆਂ ਨੇ ਉਹ ਇਨਸਟਿਲ ਹੋ ਜਾਣਗੀਆਂ। ਇੱਕ ਜਿਹੜੀ ਕਮਿਊਨੀਕੇਸ਼ਨ ਦੇ ਵਿੱਚ ਮੈਂ ਗੱਲ ਦੇਖਦੀ ਹਾਂ ਕਿ ਮਿਊਚੁਅਲ ਰਿਸਪੈਕਟ ਜਿਹੜੀ ਹੈਗੀ ਹੈ ਕਿ ਆਪਣੇ ਬੱਚੇ ਨੂੰ ਇੰਪੋਰਟੈਂਸ ਦਿਓ, ਉਹਨੂੰ ਰਿਸਪੈਕਟ ਦਿਓ। ਜਿਹੜੀ ਸਾਡੀ ਜਿਵੇਂ ਅਗੇਨ ਸਾਡਾ ਜਿਹੜਾ ਪੇਰੈਂਟਿੰਗ ਦਾ ਪਰਸਪੈਕਟਿਵ ਹੈ ਜਾਂ ਜਿਹੜਾ ਕੰਟੈਕਸਟ ਹੈ ਉਹ ਹੈਗਾ ਜਿਹੜਾ ਅਸੀਂ ਆਪਣੇ ਦੇਸ਼ਾਂ ਤੋਂ ਲੈ ਕੇ ਆਏ ਹਾਂ। ਤੇ ਜਿਹੜੀ ਨੀਡ ਬੇਸਡ ਪੇਰੈਂਟਿੰਗ ਹੈ, ਇਹ ਨਾ ਦੇਖੋ ਕਿ ਤੁਸੀਂ ਬੱਚਿਆਂ ਦੀ ਫਿਜ਼ੀਕਲ ਨੀਡਸ ਪੂਰੀਆਂ ਕੀਤੀਆਂ, ਉਹਨਾਂ ਦੀ ਬਹੁਤ ਸਾਰੀ ਇਮੋਸ਼ਨਲ ਨੀਡਸ ਵੀ ਹੈਗੀਆਂ ਨੇ। ਕਈ ਵਾਰੀ ਜਦੋਂ ਅਸੀਂ ਸਿਰਫ ਟੈਂਜੀਬਲ ਨੀਡਸ ਤੇ ਫੋਕਸ ਕਰਨੇ ਆ ਕਿ ਅਸੀਂ ਬੱਚਿਆਂ ਨੂੰ ਐਕਸਪੈਂਸਿਵ ਚੀਜ਼ਾਂ ਲੈ ਦਈਏ, ਤੇ ਕਈ ਵਾਰੀ ਅਸੀਂ ਓਵਰ ਕੰਪਨਸੇਟ ਕਰ ਦਿੰਦੇ ਆ ਕਿ ਜੀ ਅਸੀਂ ਟਾਈਮ ਨਹੀਂ ਦੇ ਸਕਦੇ ਤੇ ਅਸੀਂ ਬਹੁਤ ਸਾਰੀ ਹੋਰ ਲਗਜ਼ਰੀਜ਼ ਪ੍ਰੋਵਾਈਡ ਕਰ ਦਿੰਦੇ ਆ ਜਿਹੜੀਆਂ ਕਿ ਅਸੀਂ ਨਹੀਂ ਕਈ ਵਾਰੀ ਅਫੋਰਡ ਕਰ ਸਕਦੇ। ਦੇ ਨੀਡ ਦੇ ਵਾਂਟ ਦੇ ਵਿੱਚ ਅਸੀਂ ਕਨਫਿਊਜ਼ਨ ਕਰ ਦਈਦੀ ਹੈ। ਪਰ ਐਵੇਂ ਕਿ ਉਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਮਾਨਸਿਕ ਨੀਡਸ ਨੇ ਉਹ ਹੈਗੀ ਹੈ ਤੁਹਾਡੀ ਲਵ, ਅਫੈਕਸ਼ਨ, ਰਿਸਪੈਕਟ ਮੋਸਟ ਆਫ ਆਲ, ਕਿ ਤੁਸੀਂ ਉਹਨਾਂ ਨੂੰ ਐਕਸੈਪਟ ਕਰੋ ਐਜ਼ ਅ ਹਿਊਮਨ ਬੀਇੰਗ। ਉਹ ਯੂਨੀਕ ਨੇ, ਉਹ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਉਹਨਾਂ ਦੀ ਮਿਲਦੀਆਂ ਨੇ, ਬਹੁਤ ਸਾਰੀਆਂ ਨਹੀਂ ਵੀ ਮਿਲਦੀਆਂ। ਸੋ ਉਹਨਾਂ ਨੂੰ ਐਕਸੈਪਟ ਕਰੋ, ਠੀਕ ਹੈ, ਫॉर what they are, ਤੇ ਉਹਨਾਂ ਨੂੰ ਕੈਚ them being good। ਉਹਨਾਂ ਨੂੰ ਸਿਰਫ ਤਾਂ ਹੀ ਨਾ ਨੋਟਿਸ ਕਰੋ ਜਦੋਂ ਕੋਈ ਉਹ ਮਾੜਾ ਕੰਮ ਕਰਦੇ ਨੇ, ਉਦੋਂ ਵੀ ਦੇਖੋ ਜਦੋਂ ਕੋਈ ਉਹ ਵਧੀਆ ਕੰਮ ਕਰਦੇ ਨੇ, ਤੇ ਉਹਨਾਂ ਦੀ ਜਿਹੜੀ ਕੈਪੈਸਿਟੀਜ਼ ਨੇ ਉਹਨਾਂ ਨੂੰ ਗਰੋ ਕਰਨ ਦੇ ਵਾਸਤੇ ਦੇਖੋ ਕਿ ਬੱਚੇ ਦਾ ਇੰਟਰਸਟ ਕੀ ਹੈਗਾ। ਆਪਣੀ ਮਰਜ਼ੀ ਉਹਨਾਂ ਤੇ ਇੰਪੋਜ਼ ਕਰਨ ਦੀ ਥਾਂ ਤੇ ਇਹ ਦੇਖਣਾ ਚਾਹੀਦਾ ਹੈ ਕਿ ਬੱਚੇ ਦਾ ਇੰਟਰਸਟ ਕੀ ਹੈਗਾ, ਉਹਨਾਂ ਨੂੰ ਗਾਈਡ ਕਰੋ। ਬੱਚੇ ਭਾਵੇਂ ਜਿਹੜੀ ਸਟੇਜ ਦੇ ਵਿੱਚ ਵੀ ਹੋਣ, ਉਹਨਾਂ ਨੂੰ ਪੈਰੈਂਟਲ ਗਾਈਡੈਂਸ ਦੀ ਆਲਵੇਜ਼ ਲੋੜ ਰਹਿੰਦੀ ਹੈ। ਤੇ ਨਾਲੇ ਮੈਂ ਐਨਕਰੇਜ ਕਰਾਂਗੀ ਲੋਕਾਂ ਨੂੰ ਕਿ ਬਹੁਤ ਸਾਰੇ ਰਿਸੋਰਸਿਸ ਨੇ ਕਮਿਊਨਿਟੀ ਦੇ ਵਿੱਚ ਜਿਹੜੇ ਕਿ ਪੰਜਾਬੀ ਤੇ ਉਰਦੂ ਦੇ ਵਿੱਚ ਵੀ ਹੈਗੇ ਨੇ। ਪੈਰੈਂਟਿੰਗ ਦੇ ਬਾਰੇ ਕਲਾਸਾਂ ਵੀ ਹੁੰਦੀਆਂ ਨੇ, ਠੀਕ ਹੈ, ਤੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਜੇ ਤੁਸੀਂ ਪੈਰੈਂਟਿੰਗ ਬਾਰੇ ਕੁਝ ਸਿੱਖਦੇ ਹੈਗੇ ਹੋ, ਨਵੀਂ ਟੈਕਨੀਕ ਸਿੱਖਦੇ ਹੋ ਕਮਿਊਨੀਕੇਸ਼ਨ ਦੀ, ਤੇ ਉਹਦੇ 'ਚ ਕੋਈ ਇਹ ਨਹੀਂ ਗੱਲ ਹੈਗੀ ਕਿ ਸਾਡੇ 'ਚ ਘਾਟਾ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਆਲਰੇਡੀ ਸਾਡੇ ਕੋਲ ਸਕਿੱਲ ਹੈ ਉਹਨੂੰ ਅਸੀਂ ਇਨਹੈਂਸ ਕਰ ਰਹੇ ਹਾਂ, ਵਧਾ ਰਹੇ ਹਾਂ, ਪਾਲਿਸ਼ ਕਰ ਰਹੇ ਹਾਂ। ਪ੍ਰੋਡਕਟਿਵਨੈਸ ਵਧਣ ਨਾਲ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਬੈਟਰ ਰਿਲੇਸ਼ਨਸ ਹੋਣਗੇ ਬੱਚਿਆਂ ਤੇ ਮਾਪਿਆਂ ਦੇ ਵਿਚਕਾਰ। ਰਿਸੋਰਸਿਸ ਕਿਹੜੇ ਨੇ ਜੀ, ਇਹਦੇ ਬਾਰੇ ਬਾਅਦ ਜਾਣਕਾਰੀ ਲੈਣੇ, ਲੇਕਿਨ ਇਸ ਦੇ ਨਾਲ ਹੁਣ ਬੱਚਿਆਂ ਦੀ ਥੋੜੀ ਜਿਹੀ ਗੱਲ ਕਰ ਲਈਏ। ਜਿੱਥੇ ਅਸੀਂ ਪੇਰੈਂਟਸ ਨੂੰ ਹਮੇਸ਼ਾ ਚਾਹੁੰਦੇ ਹਾਂ ਕਿ ਜੀ ਪੇਰੈਂਟਸ ਇਹ ਕਰਨ, ਉਹ ਕਰਨ, ਪਰ ਬੱਚਿਆਂ ਦਾ ਵੀ ਕੁਝ ਫਰਜ਼ ਜਿਹੜੇ ਨੇ ਉਹ ਵੀ ਪੂਰੇ ਹੋਣੇ ਚਾਹੀਦੇ ਨੇ। ਜੋ ਤੁਸੀਂ ਦੇਖ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਉੱਥੇ ਰਹਿ ਕੇ, ਉਹਦੇ ਬਾਰੇ ਥੋੜ੍ਹਾ ਜਿਹਾ ਟੱਚ ਕਰ ਲਈਏ ਕਿ ਬੱਚਿਆਂ ਦੇ ਸੰਬੰਧ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ, ਬੱਚੇ ਕਿਵੇਂ ਆਪਣੇ ਆਪ ਦੀ ਪ੍ਰੋਡਕਟਿਵਨੈਸ ਜੋ ਹੈ ਇਸ ਨੂੰ ਬਿਹਤਰ ਕਰ ਸਕਦੇ ਨੇ? ਪ੍ਰੀਤ ਜੀ, ਬੱਚੇ ਤੇ ਉਹ ਬਣ ਜਾਣਗੇ ਜਿਹੜਾ ਕੁਝ ਅਸੀਂ ਉਹਨਾਂ ਨੂੰ ਬਣਾਵਾਂਗੇ, ਠੀਕ ਹੈ। ਤੇ ਇਸ ਵਾਸਤੇ ਐਵੇਂ ਕਿ ਹਮੇਸ਼ਾ ਮੈਂ ਪੇਰੈਂਟਸ ਦੇ ਨਾਲ ਹੀ ਗੱਲਬਾਤ ਕਰਦੀ ਹਾਂ, ਕਦੀ ਮੈਂ ਡਾਇਰੈਕਟਲੀ ਬੱਚਿਆਂ ਦੇ ਨਾਲ ਕੰਮ ਨਹੀਂ ਕੀਤਾ, ਪੜ੍ਹਾਇਆ ਜ਼ਰੂਰ ਹੈ। I taught in Pakistan for almost 5-6 years, ਪਰ ਉਸ ਤੋਂ ਇਲਾਵਾ ਇੱਥੇ ਜਿੰਨਾ ਮੈਂ ਕੰਮ ਕੀਤਾ ਹੈਗਾ, ਪੇਰੈਂਟਿੰਗ ਗਰੁੱਪਸ ਕੀਤੇ ਨੇ,
ਵੈਸੇ ਕਾਉਂਸਲਿੰਗ ਕੀਤੀ ਹੈਗੀ, ਪੇਰੈਂਟਸ ਨਾਲ ਕੰਮ ਕੀਤਾ, ਪਰ ਮਜ਼ੇਦਾਰ ਗੱਲ ਐਵੇਂ ਕਿ ਜਦੋਂ ਤੁਸੀਂ ਪੇਰੈਂਟਸ ਨਾਲ ਕੰਮ ਕਰਦੇ ਹੋ ਤਾਂ ਬੱਚਿਆਂ ਦਾ ਬਿਹੇਵੀਅਰ ਆਟੋਮੈਟਿਕਲੀ ਇੰਪਰੂਵ ਹੁੰਦਾ ਹੈਗਾ। ਰਾਈਟ ਸੋ ਬਟ ਸੋ ਉਹਦੇ ਵਿੱਚ ਜਿਹੜੇ ਪੇਰੈਂਟਸ ਨਾਲ ਤੁਸੀਂ ਡੀਲ ਕੀਤਾ, ਕਿਹੜੀ ਚੀਜ਼ਾਂ ਆ ਰਹੀਆਂ ਨੇ ਜਿਹੜੇ ਪੇਰੈਂਟਸ ਸਮਝਦੇ ਨੇ, ਜਿਹੜੀ ਕਿ ਜਨਰਲ ਟਰਮਸ ਵਿੱਚ ਅਸੀਂ ਜੋ ਗੱਲ ਕਰ ਰਹੇ ਹਾਂ ਕਿ ਜੀ ਸਾਡੇ ਬੱਚੇ ਇਹ ਕਰਦੇ ਨੇ, ਸਾਡੇ ਬੱਚੇ ਉਹ ਕਰਦੇ ਨੇ, ਇਹੋ ਜਿਹੀਆਂ ਕਿਹੜੀਆਂ ਗੱਲਾਂ ਬਾਹਰ ਆਉਂਦੀਆਂ ਨੇ? ਪ੍ਰੀਤ ਜੀ, ਕਾਮਨ ਜਿਹੜੀ ਮੈਨੂੰ ਲੱਗਦਾ ਹੈ ਕਲੀਸ਼ੇ ਹੀ ਬਣ ਚੱਲਿਆ ਕਿ ਅਕਸਰ ਲੋਕੀ ਕਹਿੰਦੇ ਨੇ ਜੀ ਸਾਡੇ ਬੱਚੇ ਲਿਸਨ ਨਹੀਂ ਕਰਦੇ। ਇੱਕ ਟਿਪੀਕਲ ਜਿਵੇਂ ਤੁਸੀਂ ਵੀ ਸੁਣਿਆ ਹੋਵੇਗਾ ਜੀ, ਲਿਸਨ ਨਹੀਂ ਕਰਦੇ, ਸੁਣਦੇ ਨਹੀਂ ਹੈਗੇ ਸਾਡੀ। ਸੋ ਆਈ ਥਿੰਕ ਦੈਟ ਸਪੀਕਸ ਵੋਲਿਊਮਸ ਕਿ ਕਿਉਂ ਨਹੀਂ ਸੁਣਦੇ ਹੈਗੇ ਬੱਚੇ, ਕੀ ਘੱਟ ਹੈਗਾ, ਕਿੱਥੇ ਕਨੈਕਸ਼ਨ ਤੁਹਾਡਾ ਕਮਿਊਨੀਕੇਸ਼ਨ ਦੇ ਵਿੱਚ ਟੁੱਟ ਗਿਆ ਹੈਗਾ। ਸੋ ਉਹਦੇ 'ਚ ਕੁਝ ਫੈਕਟਰਸ ਨੇ। ਇੱਕ ਤਾਂ ਐਵੇਂ ਕਿ ਜਦੋਂ ਅਸੀਂ ਕਹਿ ਦਿੰਦੇ ਹਾਂ ਇੱਕ ਜਨਰਲ ਜੀ ਟਰਮ ਦੇ ਵਿੱਚ ਕਿ ਜੀ ਬੱਚੇ ਸੁਣਦੇ ਨਹੀਂ ਸਾਡੀ, ਕਿਹੜੀ ਗੱਲ ਹੈਗੀ ਹੈ ਜਿਹੜੀ ਕਿ ਉਹ ਫੋਲੋ ਨਹੀਂ ਕਰ ਰਹੇ ਹੈਗੇ? ਕਿਆ ਤੁਸੀਂ ਓਬੀਡੀਐਂਸ ਦੀ ਗੱਲ ਕਰ ਰਹੇ ਹੋ? ਤੁਸੀਂ ਕਿਹੜੀਆਂ ਐਸੀਆਂ ਗੱਲਾਂ ਨੇ ਜਿਹਦੇ ਵਿੱਚ ਤੁਹਾਡਾ ਕਮਿਊਨੀਕੇਸ਼ਨ ਬ੍ਰੇਕਡਾਊਨ ਹੋ ਗਿਆ, ਜਿਹਦੇ ਵਿੱਚ ਕਿ ਤੁਸੀਂ ਆਪਣੀ ਜਿਹੜੀ ਡਿਸਪਲਿਨ ਸਟ੍ਰੈਟਜੀਜ਼ ਨੇ ਉਹਨਾਂ ਨੂੰ ਨਹੀਂ ਇੰਪਲੀਮੈਂਟ ਕਰ ਪਾ ਰਹੇ ਹੈਗੇ, ਜਾਂ ਜਿਹੜੇ ਕਿ ਤੁਸੀਂ ਚਾਹੁੰਦੇ ਹੋ ਆਊਟਕਮ ਐਜ਼ ਪੇਰੈਂਟਸ ਉਹ ਨਹੀਂ ਤੁਹਾਡੇ ਪੂਰੇ ਹੋ ਰਹੇ, ਅਕੰਪਲਿਸ਼ ਨਹੀਂ ਹੋ ਰਹੇ ਹੈਗੇ। ਸੋ ਉਹਦੇ 'ਚ ਐਵੇਂ ਕਿ ਮੈਂ ਇਹੀ ਸੁਜੈਸਟ ਕਰਾਂਗੀ ਕਿ ਗੋ ਬੈਕ ਟੂ ਬੇਸਿਕਸ। ਜਦੋਂ ਅਸੀਂ ਇੱਥੇ ਪੇਰੈਂਟਿੰਗ ਕਲਾਸਿਸ ਦਿੰਦੇ ਹਾਂ ਤੇ ਰਾਈਟ ਫਰਮ ਦ ਬਿਗਿਨਿੰਗ ਅਸੀਂ, ਜਿਵੇਂ ਮੈਂ ਰਿਸਪੈਕਟ ਦੀ ਗੱਲ ਕੀਤੀ ਨਾ, ਕਿ ਈਵਨ ਇੱਕ ਛੋਟੇ ਬੱਚੇ ਦੇ ਨਾਲ ਜਦੋਂ ਅਸੀਂ ਗੱਲ ਕਰਨੀ ਹੈਗੀ ਹੈ, ਕਮ ਡਾਊਨ ਟੂ ਦੇਅਰ ਲੈਵਲ, ਉਹਨਾਂ ਦੇ ਆਈ ਕੰਟੈਕਟ ਰੱਖੋ, ਤੁਸੀਂ ਰਿਸਪੈਕਟਫੁਲੀ ਗੱਲ ਕਰੋ, ਉਹਨਾਂ ਦਾ ਨਾਮ ਲੈ ਕੇ ਬੁਲਾਓ। ਇਹ ਬਹੁਤ ਛੋਟੀ ਛੋਟੀ ਗੱਲਾਂ ਨੇ, ਪਰ ਇਹਦੇ ਨਾਲ ਤੁਹਾਡੇ ਇੱਕ ਰਿਸ਼ਤੇ ਦੀ ਬੁਨਿਆਦ ਪੈ ਜਾਂਦੀ ਹੈਗੀ। ਸੋ ਦੈਨ ਯੂ ਕੀਪ ਐਨਹਾਂਸਿੰਗ ਯੋਰ ਸਕਿੱਲਸ ਐਜ਼ ਦ ਚਾਈਲਡ ਗਰੋਜ਼। ਪਰ ਜਿਹੜੀ ਕਮਿਊਨੀਕੇਸ਼ਨ ਦੀ ਗੱਲ ਹੈ ਕਿ ਬੱਚੇ ਸੁਣਦੇ ਨਹੀਂ ਹੈਗੇ, ਉਹਦੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਗੱਲਾਂ ਦੇ ਵਿੱਚੋਂ ਨਿਕਲਦੀਆਂ ਨੇ। ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਬੱਚਾ ਦੂਸਰੇ ਰੂਮ 'ਚ ਤੁਸੀਂ ਯੈਲ ਕਰੀ ਜਾਂਦੇ ਹੋ, ਦ ਬੱਚਾ ਡਜ਼ਨਟ ਨੋ ਕਿ ਤੁਸੀਂ ਉਹਦੇ ਨਾਲ ਗੱਲ ਕਰ ਰਹੇ ਹੋ। ਸੋ ਬੱਚੇ ਦੀ ਏਜ ਦੇ ਮੁਤਾਬਿਕ ਤੁਸੀਂ ਦੇਖੋ ਕਿ ਉਹਦੇ ਨਾਲ ਕਮਿਊਨੀਕੇਟ ਕਰਨਾ ਕਿਵੇਂ ਹੈਗਾ। ਫਿਰ ਤੁਸੀਂ ਜੇ ਬੱਚੇ ਨੂੰ ਇਨਸਟਰਕਸ਼ਨਸ ਦੇਣੀਆਂ ਨੇ ਤੇ ਕਈ ਵਾਰੀ ਵੀ ਜਸਟ ਕੀਪ ਗੋਇੰਗ, 4-5 ਗੱਲਾਂ ਅਸੀਂ ਇਕੱਠੀਆਂ ਕਰ ਦਿੰਦੇ ਹਾਂ। ਬੱਚੇ ਦੀ ਏਜ ਵੇਖੋ, ਉਹਦੀ ਕਪੈਸਿਟੀ ਵੇਖੋ, ਉਹਦੇ ਨਾਲ ਠਹਿਰ ਕੇ ਗੱਲ ਕਰੋ, ਉਹ ਬੋਲੀ ਬੋਲੋ ਜਿਹੜੀ ਉਹਨੂੰ ਸਮਝ ਆਉਂਦੀ ਹੈ। ਐਂਡ ਦੈਨ ਆਸਕ ਫॉर ਰੈਪੀਟੀਸ਼ਨ ਐਂਡ ਪੈਰਾਫਰੇਜ਼ਿੰਗ। ਉਹਨੂੰ ਪੁੱਛੋ ਵੀ ਜਿਹੜਾ ਕੁਝ ਮੈਂ ਕਿਹਾ ਸੀ ਤੁਹਾਨੂੰ ਕੀ ਸਮਝ ਆਈ ਹੈ। ਥੈਂਕ ਯੂ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਹੋਰ ਗੱਲਬਾਤ ਕਰਕੇ ਕਿ ਜਿੱਥੇ ਅਸੀਂ ਬੱਚਿਆਂ ਤੇ ਮਾਪਿਆਂ ਦੇ ਫੋਕਸ ਕੀਤਾ ਹੈ, ਐਜ਼ ਅਡਲਟਸ ਉਹਨਾਂ ਨੂੰ ਕਿਵੇਂ ਉਹ ਆਪਣੀ ਪ੍ਰੋਡਕਟਿਵਨੈਸ ਨੂੰ ਬਿਹਤਰ ਕਰਕੇ ਇਸ ਮੁਲਕ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੋਰ ਬਿਹਤਰੀ ਲਿਆ ਸਕਦੇ ਨੇ, ਇਹਦੇ ਬਾਰੇ ਗੱਲ ਕਰਨੀ ਹੈ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। Once again, welcome back to the program. ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇ ਰਹੇ ਨੇ ਕਮਿਊਨਿਟੀ ਐਕਟਿਵਿਸਟ ਸਾਦੀਆ ਸਮਿਊਲਾ ਜੀ। ਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਕਿਉਂਕਿ ਇਹ ਸਾਲ ਦਾ ਅਖੀਰਲਾ ਦਿਨ ਹੈ, ਬਹੁਤ ਸਾਰੇ ਅਸੀਂ ਰੈਜ਼ੋਲੂਸ਼ਨਸ ਅੱਜ ਬਣਾਉਣੇ ਨੇ। ਉਸ ਦੇ ਵਿੱਚ ਮੁੱਖ ਮਕਸਦ ਇਹੀ ਹੁੰਦਾ ਰੈਜ਼ੋਲੂਸ਼ਨਸ ਬਣਾਉਣ ਦਾ ਕਿ ਅਸੀਂ ਜੋ ਵੀ ਅਚੀਵ ਕਰਨਾ ਚਾਹੁੰਦੇ ਹਾਂ ਉਸ ਦੇ ਉੱਤੇ ਅਸੀਂ ਕਾਮਯਾਬ ਹੋ ਸਕੀਏ। ਇਹ ਕਾਮਯਾਬੀ ਤਦ ਹੀ ਮਿਲ ਸਕਦੀ ਹੈ ਜੇਕਰ ਇਹ ਰੈਜ਼ੋਲੂਸ਼ਨਸ ਜੋ ਅਸੀਂ ਅਡਾਪਟ ਕਰਨੇ ਨੇ ਇਹਨਾਂ ਨੂੰ ਫੋਲੋ ਥਰੂ ਕਰੀਏ, ਇਹਨਾਂ ਦੇ ਉੱਤੇ ਅਸੀਂ ਕੰਮ ਕਰੀਏ। ਘਰ ਦੇ ਵਿੱਚ ਇੱਕ ਚੰਗਾ ਮਾਹੌਲ ਹੋਏਗਾ ਮਾਪਿਆਂ ਤੇ ਬੱਚਿਆਂ ਦਾ ਤਾਂ ਡੈਫੀਨਿਟਲੀ ਸ਼ਾਂਤੀ ਹੋਏਗੀ। ਵਿਅਕਤੀ ਜੋ ਹੈ ਉਹ ਹੋਰ ਪ੍ਰੋਡਕਟਿਵ ਸੋਚ ਜੋ ਹੈ ਉਹ ਲਿਆ ਸਕਦਾ ਹੈ। ਪਰ ਜੇਕਰ ਘਰ ਵਿੱਚ ਹੀ ਪ੍ਰੋਬਲਮਸ ਪਈਆਂ ਹੋਈਆਂ ਨੇ ਤਾਂ ਫਿਰ ਬਹੁਤ ਸਾਰੇ ਹੋਰ ਇਸ਼ੂਜ਼, ਚੈਲੰਜਸ ਫੇਸ ਕਰਨੇ ਪੈਂਦੇ ਨੇ। ਇਸੇ ਸੰਬੰਧ ਵਿੱਚ ਆਓ ਹੋਰ ਗੱਲਬਾਤ ਕਰਦੇ ਹਾਂ ਸਾਦੀਆ ਸਮਿਊਲਾ ਜੀ ਨਾਲ। ਜੀ ਸਾਦੀਆ ਜੀ, ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸਿਆ ਸੀ ਕਿ ਪੇਰੈਂਟਸ ਬੱਚਿਆਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈਗੀ ਇਹ ਇੱਕ ਮੇਜਰ ਇਸ਼ੂ ਹੈਗਾ। ਨਾਟ ਜਸਟ ਮੀਟਿੰਗ ਔਰ ਰਿਕੁਆਇਰਿੰਗ ਜਿਹੜੀ ਉਹਨਾਂ ਦੀ ਨੀਡਸ ਨੇ, ਫਿਜ਼ੀਕਲ ਨੀਡਸ, ਉਸ ਨੂੰ ਅਸੀਂ ਚੀਜ਼ਾਂ ਨਾਲ ਪੂਰਾ ਕਰੀਏ, ਬਟ ਇਮੋਸ਼ਨਲ ਬੌਂਡ ਜਿਹੜਾ ਉਹ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈਗਾ। ਸੋ ਇਹ ਤਾਂ ਹੋ ਗਿਆ। ਹੁਣ ਥੋੜ੍ਹਾ ਜਿਹੀ ਗੱਲਬਾਤ ਕਰ ਲਈਏ ਕਿ ਰਿਸੋਰਸਿਸ, ਜਿਸ ਤਰ੍ਹਾਂ ਤੁਸੀਂ ਅਖੀਰ ਵਿੱਚ ਕਿਹਾ ਕਿ ਇਹਦੇ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ। ਪੇਰੈਂਟਿੰਗ ਇਜ਼ ਐਨ ਆਰਟ, ਇਟਸ ਅ ਸਕਿੱਲ। ਕਈ ਚੀਜ਼ਾਂ ਕਿਸੇ ਵਿੱਚ ਜ਼ਿਆਦਾ ਹੈਗੀਆਂ ਨੇ, ਜਿਹੜੇ ਮੁਲਕਾਂ 'ਚੋਂ ਅਸੀਂ ਆਏ ਉੱਥੇ ਸਾਨੂੰ ਨਹੀਂ ਦਰਸਾਇਆ ਗਿਆ ਕਿ ਕਿਵੇਂ ਅਸੀਂ ਚੰਗੇ ਪੇਰੈਂਟਸ ਬਣਨਾ। ਇਹ ਤਾਂ ਅਸੀਂ ਵੇਖੋ ਵੇਖੀ ਜੋ ਘਰਾਂ 'ਚ ਜੁਆਇੰਟ ਫੈਮਲੀਜ਼ ਹੁੰਦੀਆਂ ਸੀ ਉਹਨਾਂ ਨੂੰ ਵੇਖ ਕੇ ਹੀ ਅਸੀਂ ਅੱਗੇ ਆਉਂਦੇ ਰਹੇ। ਪਰ ਇੱਕ ਰੋਲ ਮਾਡਲਸ ਹੋਇਆ ਕਰਦੇ ਸੀ ਸਾਡੇ ਦਾਦੇ, ਸਾਡੇ ਨਾਨੇ, ਨਾਨੀਆਂ, ਦਾਦੀਆਂ ਜਾਂ ਸਮਾਜ ਦੇ ਹੋਰ ਵਿਅਕਤੀ। ਅੱਜ ਉਹ ਚੀਜ਼ ਲੈਕ ਕਰ ਰਹੀ ਹੈ ਜਿਹੜੀ ਕਿ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਪਰ ਅੱਜ ਵਰਡਸ ਬਹੁਤ ਆ ਰਹੇ ਨੇ, ਬਲੇਮ ਗੇਮ ਬਹੁਤ ਹੋ ਰਿਹਾ, ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਘਰਾਂ 'ਚੋਂ ਗੱਲ ਸ਼ੁਰੂ ਹੁੰਦੀ ਹੈ ਤੇ ਜਿਹੜੀ ਕਿ ਸਮਾਜ ਵਿੱਚ ਤੇ ਦੇਸ਼ ਵਿੱਚ ਵੇਖਣ ਨੂੰ ਮਿਲਦੀ ਹੈ।
ਸੋ ਗਵਰਨਮੈਂਟ ਵੱਲੋਂ ਰਿਸੋਰਸਸ ਕਾਫੀ ਪ੍ਰੋਵਾਈਡ ਕੀਤੇ ਗਏ ਨੇ, ਥੋੜਾ ਜਿਹਾ ਉਹਦੇ ਬਾਰੇ ਸਾਨੂੰ ਦੱਸੋ ਕਿ ਪੇਰੈਂਟਸ ਕਿੱਥੋਂ ਇਨਫੋਰਮੇਸ਼ਨ ਲੈ ਸਕਦੇ ਨੇ। ਮੈਂ ਹਮੇਸ਼ਾ ਜਿਹੜਾ ਵੀ ਪ੍ਰੋਗਰਾਮ ਕਰਨੀ ਆ ਉਹਦੇ ਵਿੱਚ 211 ਮੈਂ ਨੰਬਰ ਜ਼ਰੂਰ ਦਿੰਨੀ ਆ। 211 BC ਦੀ ਇਨਫੋਰਮੇਸ਼ਨ ਲਾਈਨ ਹੈ ਜੀ। ਠੀਕ ਹੈ। ਤੁਸੀਂ 211 ਫੋਨ ਕਰਕੇ ਤੇ ਜਿਹੜੇ ਵੀ ਪ੍ਰੋਗਰਾਮਸ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੋ, ਮੰਨ ਲਓ ਅਸੀਂ ਪੇਰੈਂਟਿੰਗ ਪ੍ਰੋਗਰਾਮਸ ਬਾਰੇ ਗੱਲ ਕਰਦੇ ਹਾਂ, ਉਹਨਾਂ ਦੇ ਕੋਲੇ ਅਪਡੇਟਡ ਲਿਸਟ ਹੁੰਦੀ ਹੈ ਕਿ ਜਿਹੜੀ ਏਜੰਸੀਜ਼ ਆਫਰ ਕਰਦੀਆਂ ਨੇ, ਨਾਨ ਪ੍ਰੋਫਿਟ ਏਜੰਸੀਜ਼ ਮੋਸਟਲੀ ਕਰਦੀਆਂ ਨੇ, ਗਵਰਨਮੈਂਟ ਨੇ ਕੰਟਰੈਕਟ ਕੀਤਾ ਹੁੰਦਾ ਉਹਨਾਂ ਦੇ ਨਾਲ ਤੇ ਉਹਨਾਂ ਦੇ ਕੋਲ ਫੰਡਿੰਗ ਹੁੰਦੀ ਹੈ। ਉਹ ਜਿਹੜੇ ਪ੍ਰੋਗਰਾਮ ਦਿੰਦੇ ਨੇ ਉਹ ਫ੍ਰੀ ਹੁੰਦੇ ਨੇ। ਇੱਕ ਤਾਂ ਐਵੇਂ ਕਿ ਮੈਂ ਬਾਰ-ਬਾਰ ਇਹ ਕਹਿੰਦੀ ਹਾਂ ਕਿ ਤੁਸੀਂ ਚੱਕੋ ਨਾ ਸਰਵਿਸ ਲੈਣ ਤੋਂ, ਦੇ ਫ੍ਰੀ ਆਫ ਚਾਰਜ। ਮੋਸਟਲੀ ਜੇ ਬੱਚੇ ਤੁਹਾਡੇ ਛੋਟੇ ਨੇ ਤੇ ਉਹ ਚਾਈਲਡ ਮਾਈਂਡਿੰਗ ਵੀ ਪ੍ਰੋਵਾਈਡ ਕਰਨਗੇ ਤੇ ਟਿਪਿਕਲੀ ਦੇ ਆਰ ਐਟ ਅ ਕਨਵੀਨੀਐਂਟ ਟਾਈਮ, ਸ਼ਾਮ ਨੂੰ ਕਰਦੇ ਨੇ ਜਾਂ ਵੀਕਐਂਡਸ ਤੇ ਕਰਦੇ ਨੇ ਉਹ ਪ੍ਰੋਗਰਾਮ। ਤੇ ਜਿਹੜੀ ਇੱਕ ਬੈਰੀਅਰ ਅਸੀਂ ਕ੍ਰੀਏਟ ਕਰ ਲੈਂਦੇ ਹਾਂ ਲਰਨਿੰਗ ਦਾ, ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਸਾਡੇ 'ਚ ਕੋਈ ਕਮੀ ਹੈਗੀ ਹੈ ਤਾਂ ਕਰਕੇ ਅਸੀਂ ਚੱਲੇ ਹਾਂ ਕੁਝ ਸਿੱਖਣ ਦੇ ਵਾਸਤੇ, ਇਟਸ ਨਾਟ ਦ ਕੇਸ। ਤੇ ਇਸ ਸੋਚ ਤੋਂ ਸਾਨੂੰ ਆਪਣੀ ਸੋਚ ਨੂੰ ਚੈਲੰਜ ਕਰਕੇ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਕਿ ਜੇ ਅਸੀਂ ਕੋਈ ਸਕਿੱਲ ਸਿੱਖਦੇ ਹੈਗੇ ਹਾਂ ਤੇ ਉਹਦਾ ਇਹ ਨਹੀਂ ਮਤਲਬ ਹੈਗਾ ਕਿ ਸਾਨੂੰ ਕੁਝ ਆਂਦਾ ਨਹੀਂ ਹੈਗਾ। ਅਸੀਂ ਡਿਫਰੈਂਟ ਤਰੀਕੇ, ਦੇयर इज नो वन ਰਾਈਟ ਆਨਸਰ ਟੂ ਅ ਕੁਐਸਚਨ। ਐਬਸੋਲੂਟਲੀ, ਵੀ ਜਸਟ ਐਨਹਾਂਸਿੰਗ ਵਾਟ ਵੀ ਹੈਵ। ਐਬਸੋਲੂਟਲੀ। ਨਾਲੇ ਜਦੋਂ ਪੈਰੈਂਟਿੰਗ ਗਰੁੱਪਸ ਕਰੀਦੇ ਨੇ ਤੇ ਉਹਦੇ 'ਚ ਹਰਪ੍ਰੀਤ ਜੀ ਬਹੁਤ ਸਾਰੀਆਂ ਜਿਹੜੀਆਂ ਕਾਮਨ ਆਬਜ਼ਰਵੇਸ਼ਨਸ ਨੇ ਉਹਦੇ ਵਿੱਚ ਐਵੇਂ ਕਿ ਇੱਕ ਤੇ ਜਦੋਂ ਪੇਰੈਂਟਸ ਰਲ ਕੇ ਬੈਠਦੇ ਨੇ ਤੇ ਉਹਨਾਂ ਦੀ ਕਾਮਨੈਲਿਟੀ ਐਕਸਪੀਰੀਅੰਸ ਹੀ ਡਿਵੈਲਪ ਹੁੰਦੀ, ਉਹ ਸ਼ੇਅਰ ਕਰਦੇ ਨੇ ਆਪਣੀਆਂ ਗੱਲਾਂ। ਤੇ ਜਦੋਂ ਤੁਸੀਂ ਸਾਈਲੋਜ਼ ਦੇ ਵਿੱਚ ਇਕੱਲੇ ਪੇਰੈਂਟਿੰਗ ਕਰਦੇ ਹੈਗੇ ਹੋ, ਤੁਹਾਨੂੰ ਐਕਸਪ੍ਰੈਸ਼ਨ ਦਾ ਮੌਕਾ ਨਹੀਂ ਮਿਲਦਾ, ਤੁਹਾਨੂੰ ਇਹ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਰੋਂਗ ਕਰ ਰਹੇ ਹੋ। ਨਹੀਂ, ਅਸੀਂ ਬਹੁਤ ਕੁਝ ਰਾਈਟ ਵੀ ਕਰਨੇ ਆ। ਤੇ ਜਦੋਂ ਗਰੁੱਪ ਦੇ ਵਿੱਚ ਤੁਸੀਂ ਆਉਂਦੇ ਹੋ ਉਹਦੀ ਵੈਲੀਡੇਸ਼ਨ ਹੋ ਜਾਂਦੀ ਹੈ। ਦੂਸਰਾ ਐਵੇਂ ਕਿ ਇੱਕ ਦੂਸਰੇ ਤੋਂ ਪੇਰੈਂਟਸ ਕਾਫੀ ਕੁਝ ਸਿੱਖਦੇ ਨੇ, ਕਾਫੀ ਰਿਸੋਰਸਿਸ ਸ਼ੇਅਰ ਕਰਦੇ ਨੇ। ਜਿਨ੍ਹਾਂ ਦੇ ਬੱਚੇ ਸੇਮ ਏਜ ਦੇ ਨੇ ਉਹਨਾਂ ਦੇ ਆਪਸ ਦੇ ਵਿੱਚ ਅੱਛੇ ਜਿਵੇਂ ਕਨੈਕਸ਼ਨਸ ਬਣ ਜਾਂਦੇ ਨੇ, ਇੱਕ ਦੂਸਰੇ ਦੀ ਸਪੋਰਟ ਬਣ ਜਾਂਦੀ ਹੈਗੀ ਹੈ। ਤੁਸੀਂ ਬਲੇਮ ਦੀ ਗੱਲ ਕੀਤੀ, ਬੜੀ ਵਧੀਆ ਗੱਲ ਕੀਤੀ ਕਿ ਕਿਸੇ ਵੀ ਸਿਚੁਏਸ਼ਨ ਨੂੰ ਸੁਧਾਰਨ ਦੇ ਵਾਸਤੇ ਜੇ ਤੁਸੀਂ ਆਈ ਸਟੇਟਮੈਂਟਸ ਯੂਜ਼ ਕਰੋ ਤੇ ਉਹ ਜ਼ਿਆਦਾ ਸੋਲੂਸ਼ਨ ਫੋਕਸਡ ਕਨਵਰਸੇਸ਼ਨ ਹੁੰਦੀ ਹੈ ਕਿ ਜੇ ਤੁਸੀਂ ਕਹੋ ਕਿ ਯੂ ਡਿਡ ਦਿਸ ਜਾਂ ਤੁਸੀਂ ਅਗਲੇ ਤੇ ਪਾ ਦਿਓ ਤੇ ਅਗਲਾ ਡਿਫੈਂਸਿਵ ਹੋ ਜਾਂਦਾ ਹੈ, ਭਾਵੇਂ ਤੁਸੀਂ ਬੱਚਿਆਂ ਦੇ ਨਾਲ ਗੱਲ ਕਰੋ ਜਾਂ ਵੱਡਿਆਂ ਦੇ ਨਾਲ ਗੱਲ ਕਰੋ। ਜੇ ਤੁਸੀਂ ਆਪਣੀ ਫੀਲਿੰਗਸ ਦੀ ਰਿਸਪੌਂਸਿਬਿਲਿਟੀ ਆਪ ਲੈਂਦੇ ਹੋ, ਉਹਦੇ ਨਾਲ ਤੁਸੀਂ ਰਿਸਪੌਂਸਿਬਿਲਿਟੀ ਲੈ ਰਹੇ ਹੋ ਕਿ ਤੁਸੀਂ ਸਿਚੁਏਸ਼ਨ ਦੇ ਵਿੱਚ ਸੁਧਾਰ ਕਿਵੇਂ ਲਿਆਉਣਾ ਹੈ। ਨਾਲੇ ਵੀ ਗੋ ਬੈਕ ਟੂ ਦ ਨਿਊ ਈਅਰ ਰੈਜ਼ੋਲੂਸ਼ਨ ਤੇ ਮੈਂ ਇਹੀ ਕਹਾਂਗੀ ਕਿ ਜਦੋਂ ਚੇਂਜ ਦੀ ਗੱਲ ਕਰੀਦੀ ਹੈ, ਚੇਂਜ ਹਮੇਸ਼ਾ ਸਲੋ ਹੁੰਦੀ ਹੈ, ਮੁਸ਼ਕਿਲ ਹੁੰਦੀ ਹੈ। ਚੇਂਜ ਤੁਸੀਂ ਉਦੋਂ ਹੋਣਾ ਜਦੋਂ ਉਹਦੇ ਵਿੱਚ ਤੁਹਾਨੂੰ ਫਾਇਦਾ ਨਜ਼ਰ ਆਉਣਾ। ਤੇ ਤੁਸੀਂ ਇਹ ਵੇਖੋ ਕਿ ਚੇਂਜ ਕਰਨ ਦੇ ਵਾਸਤੇ ਜੇ ਤੁਸੀਂ ਇੱਕ ਵੀ ਗੋਲ ਰੱਖਣਾ ਹੈਗਾ, ਸਟਿਕ ਟੂ ਜਸਟ ਵਨ। ਠੀਕ ਹੈ। ਤੇ ਉਹਦੇ ਉੱਪਰ ਹੀ ਚੰਗੀ ਮਿਹਨਤ ਕਰਕੇ ਤੇ ਸਾਲ ਦੇ ਵਿੱਚ ਜੇ ਇੱਕ ਚੀਜ਼ ਤੁਸੀਂ ਫੋਕਸ ਕਰਨੀ ਹੈ, ਜੇ ਸਾਲ ਦੇ ਆਖਰ ਦੇ ਵਿੱਚ ਉਹੀ ਤੁਸੀਂ ਕਰ ਲਿਆ ਤੇ ਉਹੀ ਤੁਹਾਡੀ ਕਾਮਯਾਬੀ ਹੈ। ਰਾਈਟ। ਸੋ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕੋ ਹੀ ਗੋਲ ਤੇ ਫੋਕਸ ਕਰਕੇ, ਸਟ੍ਰੈਸ ਕਰਕੇ ਤੁਸੀਂ ਅੱਗੇ ਗੱਲਬਾਤ ਨੂੰ ਤੋਰੋ। ਰਿਲੇਸ਼ਨਸ਼ਿਪਸ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ, ਥੋੜਾ ਜਿਹਾ ਹੁਣ ਮੈਂ ਅਖੀਰ ਦੇ ਵਿੱਚ ਜਿੱਥੇ 211 ਦਾ ਤੁਸੀਂ ਜ਼ਿਕਰ ਕੀਤਾ, ਇਹ ਨੰਬਰ ਕੋਈ ਵੀ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦਾ ਹੈ। ਅਡਲਟਸ ਨੂੰ ਫੋਕਸ ਕਰਕੇ ਅੱਜ ਜੋ ਦੇਖਣ ਨੂੰ ਮਿਲ ਰਿਹਾ ਸਾਨੂੰ, ਉਹਦੇ ਵਿੱਚ ਬਹੁਤ ਵਧੀਆ ਗੱਲ ਹੈ। ਸਾਨੂੰ ਵੀ ਆਰ ਸੋਸ਼ਲ ਐਨੀਮਲ, ਸਾਨੂੰ ਸੋਸ਼ਲ ਹੋਣਾ ਚਾਹੀਦਾ ਹੈ, ਬਟ ਐਟ ਵਾਟ ਐਕਸਪੈਂਸ। ਕਈ ਵਾਰੀ ਇਹ ਹੁੰਦਾ ਕਿ ਸੋਸ਼ਲ ਵਿਅਕਤੀ ਇੰਨਾ ਜ਼ਿਆਦਾ ਉਹ ਜਿਹੜੀਆਂ ਰਿਲੇਸ਼ਨਸ਼ਿਪਸ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਪਿੱਛੇ ਕੋਈ ਨਾ ਕੋਈ ਮੁਫਾਦ ਹੈ ਜਿਹੜਾ ਕਿ ਬਹੁਤ ਹੀ ਲੰਮੇ ਸਮੇਂ ਚੱਲ ਨਹੀਂ ਰਿਹਾ ਹੈਗਾ। ਅੱਜ ਇਹ ਭਾਵੇਂ ਅਸੀਂ ਵਿਆਹ ਤੋਂ ਸ਼ੁਰੂ ਕਰ ਲਈਏ, ਉਹ ਵੀ ਰਿਲੇਸ਼ਨਸ਼ਿਪ ਬਹੁਤ ਹੀ ਲੰਮੇ ਸਮੇਂ ਨਹੀਂ ਚੱਲ ਰਹੀ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਦੇ ਸੀ। ਜਾਂ ਈਵਨ ਸੁਸਾਇਟੀਜ਼ ਦੇਖ ਲਈਏ, ਪ੍ਰੋਗਰਾਮਸ ਹੁੰਦੇ ਨੇ, ਬੰਦੇ ਜਾਂਦੇ ਨੇ, ਲੇਕਿਨ ਐਂਡ ਰਿਜ਼ਲਟ ਕਈ ਵਾਰੀ ਜੋ ਦੇਖਣ ਨੂੰ ਮਿਲਦਾ ਜਾਂ ਸੁਣਨ ਨੂੰ ਮਿਲਦਾ ਇਹੀ ਹੁੰਦਾ ਹੈ ਕਿ ਯਾਰ ਇਸ ਦੇ ਪਿੱਛੇ ਤਾਂ ਕੋਈ ਮਕਸਦ ਸੀ। ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ ਵਾਲਾ ਜਿਹੜਾ ਅਪਰੋਚ ਇੱਕ ਵੱਧ ਰਹੀ ਹੈ, ਜਿਹੜਾ ਮੁਲਕਾਂ 'ਚੋਂ ਅਸੀਂ ਆਏ ਉੱਥੇ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਹੈ, ਪਰ ਇੱਥੇ ਵੀ ਹੁਣ ਕੋਈ ਉਹ ਘੱਟ ਨਹੀਂ ਹੋ ਰਹੀ ਹੈਗੀ। ਸੋ ਉਹਦੇ ਸੰਬੰਧ ਵਿੱਚ ਅਖੀਰ ਵਿੱਚ ਜਿਹੜੀ ਅਸੀਂ ਬਲੇਮ ਗੇਮ ਦੀ ਗੱਲ ਕਰ ਰਹੇ ਹਾਂ, ਅਸੀਂ ਕਿਵੇਂ ਆਪਣਾ ਯੋਗਦਾਨ ਪਾ ਸਕਨੇ ਸੋਸਾਇਟੀ ਨੂੰ, ਉਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ? ਚੇਂਜ ਤੇ ਅਸੀਂ ਸਿਰਫ ਆਪਣੇ ਆਪ ਨੂੰ ਕਰ ਸਕਦੇ ਹਾਂ, ਕਿਸੇ ਹੋਰ ਨੂੰ ਤੇ ਕਰ ਨਹੀਂ ਸਕਦੇ ਜੀ। ਤੇ ਜਿੱਥੇ ਤੱਕ ਤੁਸੀਂ ਗੱਲ ਕੀਤੀ ਕਿ ਰਿਸ਼ਤਿਆਂ ਦੇ ਵਿੱਚ ਸਿੰਸੀਅਰਿਟੀ ਨਹੀਂ ਹੈਗੀ, ਦੈਟਸ ਵਾਟ ਆਈ ਅਸਿਊਮ ਜੀ। ਤੇ ਸੁਪਰਫਿਸ਼ਲ ਬਹੁਤ ਹੋ ਗਏ ਨੇ, ਵਿਖਾਵਾ ਹੋ ਗਿਆ ਜੀ। ਪਰ ਉਹਦੇ 'ਚ ਇਹ ਵੇ ਕਿ ਸੈਲਫ ਅਵੇਅਰਨੈਸ ਜ਼ਰੂਰੀ ਹੈ। ਅਸੀਂ ਇਹ ਸੋਚੀਏ ਕਿ ਅਸੀਂ ਕੀ ਕਰਨਾ ਹੈਗਾ, ਅਸੀਂ ਹੋਰ ਕਿਸੇ ਨੂੰ ਤੇ ਚੇਂਜ ਨਹੀਂ ਕਰ ਸਕਦੇ, ਆਪਣੀ ਬਾਉਂਡਰੀਜ਼ ਨੂੰ ਸਟਰੋਂਗ ਕਰ ਸਕਨੇ ਆ, ਐਮਪੈਥੀ ਰੱਖ ਸਕਨੇ ਆ। ਮੈਨੂੰ ਲੱਗਦਾ ਹੈ ਕਿ ਐਮਪੈਥੀ ਇੱਕ ਐਸਾ ਸਕਿੱਲ ਹੈਗਾ ਜਿਹੜਾ ਕਿ ਬਹੁਤ ਹੀ ਜ਼ਰੂਰੀ ਬੱਚਿਆਂ ਨੂੰ ਵੀ ਟੀਚ ਕਰਨਾ। ਐਮਪੈਥੀ ਡਸ ਨਾਟ ਮੀਨ ਸਿੰਪੈਥੀ, ਹਮਦਰਦੀ ਨਹੀਂ। ਤੁਸੀਂ ਹਮਦਰਦੀ ਹੋਵੇ ਤੇ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਹਦੇ ਵਿੱਚ ਕਿ ਤੁਸੀਂ ਅਗਲੇ ਨੂੰ ਵਿਚਾਰਾ ਸਮਝੋ। ਹਮਦਰਦੀ ਉਹ ਹੋਵੇ ਕਿ ਤੁਸੀਂ ਅਗਲੇ ਦੇ ਸ਼ੂਜ਼ ਦੇ ਵਿੱਚ ਵਾਕ ਕਰਕੇ ਸੋਚੋ ਕਿ ਅਗਲੇ ਤੇ ਕੀ ਬੀਤਦੀ ਹੈਗੀ ਹੈ। ਸੋ ਦਿਲ ਨੂੰ ਨਰਮ ਰੱਖਣਾ, ਇਹ ਸੋਚਣਾ ਕਿ
ਜਿਵੇਂ ਤੁਸੀਂ ਤੁਹਾਡੀ ਸਟਰਗਲਸ ਨੇ ਬਹੁਤ ਸਾਰੇ ਹੋਰ ਲੋਕਾਂ ਦੀਆਂ ਵੀ ਹੈਗੀਆਂ ਨੇ, Absolutely. ਐਕਚੁਅਲੀ ਸਭ ਦੀਆਂ ਹੀ ਹੈਗੀਆਂ ਬਿਲਕੁਲ ਨੇ ਜੀ, ਹਰ ਇੱਕ ਦੀ ਵੱਖਰੀ ਵੱਖਰੀ ਸਟਰਗਲ ਹੈਗੀ ਹੈ ਤੇ Yeah. ਉਹਦੀ ਹਮਦਰਦੀ ਦਾ ਮਾਰਜਨ ਦੇਣਾ। Right. ਤੇ ਬੁੱਲੇ ਸ਼ਾਹ ਦਾ ਇੱਕ ਬੜਾ ਖੂਬਸੂਰਤ ਸ਼ੇਰ ਹੈਗਾ, ਉਸ ਤੇ ਜੀ। ਮੈਂ ਐਂਡ ਕਰਾਂਗੀ ਕਿ ਨਾ ਕਰ ਬੰਦਿਆ ਤੇਰੀ ਮੇਰੀ ਨਾ ਤੇਰੀ ਨਾ ਮੇਰੀ, 4 ਦਿਨਾਂ ਦਾ ਦੁਨੀਆ ਮੇਲਾ ਫਿਰ ਮਿੱਟੀ ਦੀ ਢੇਰੀ। ਵਾਹ ਜੀ ਵਾਹ, ਬਹੁਤ ਖੂਬ। ਇਸ ਆਸ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਕਿ ਜੀ ਇਹ ਨਵਾਂ ਸਾਲ ਸਭ ਲਈ ਬਹੁਤ ਵਧੀਆ ਚੜੇ ਤੇ ਅਸੀਂ ਆਪਣੀਆਂ ਮਨੋਕਾਮਨਾ ਜਿਹੜੀਆਂ ਨੇ ਉਹਨਾਂ 'ਚ ਕਾਮਯਾਬ ਹੋਈਏ, ਪਰ ਨਾਲ ਆਪਣਾ ਯੋਗਦਾਨ ਜੋ ਹੈ, ਕਿਉਂਕਿ ਹਮੇਸ਼ਾ ਜਿਹੜਾ ਚੇਂਜ ਅਸੀਂ ਚਾਹੁੰਦੇ ਹਾਂ ਸਮਾਜ ਦੇ ਵਿੱਚ, ਉਹ ਤਦ ਹੀ ਆਏਗਾ ਜੇਕਰ ਅਸੀਂ ਆਪਣੇ ਵਿੱਚੋਂ ਚੇਂਜ ਲੈ ਆਈਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर योर टाइम। ਥੈਂਕ ਯੂ ਜੀ, ਬਹੁਤ ਸ਼ੁਕਰੀਆ।